ਕੋਈ ਸਲਾਹ ਵੀ ਦਿੰਦਾ ਤੇ ਉਹਦੇ ਉੱਤੋਂ ਬਾਜ਼ ਆਉਣਾ ਚਾਹੀਦਾ ਵਾ, ਨਹੀਂ ਤੇ ਮੁੜ ਕੇ ਪਛਤਾਇਆ ਕੁਛ ਨਹੀਂ ਲੱਭਦਾ। ਜੇ ਗਲਤੀਆਂ ਹੋ ਜਾਣ, ਜੇ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਤੁਸੀਂ ਡਿੱਗ ਪਏ, ਜੇ ਲੋਕਾਂ ਦੀ ਨਜ਼ਰ ਦੇ ਵਿੱਚ ਤੁਸੀਂ ਡਿੱਗ ਪਏ, ਤੇ ਮੁੜ ਕੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਣਾ। ਕਿ ਐਸਾ ਨਾ ਹੋ ਕਿ ਅੰਜਾਮ ਪੇ ਪਛਤਾਓ ਕਿਸੇ ਦਿਨ। ਤੁਸੀਂ ਹਮੇਸ਼ਾ ਹੀ ਇੱਕ ਚੀਜ਼ ਦੀ ਦੁਹਾਈ ਦਿੱਤੀ ਕਿ ਬਾਦਲ ਕੈਪਟਨ ਝੂਠੇ ਪਰਚੇ ਲੋਕਾਂ ਦੇ ਉੱਤੇ ਦਰਜ ਕਰਦੇ ਰਹੇ, ਲੋਕਾਂ ਦੇ ਨਾਲ ਇਹਨਾਂ ਬੜੀਆਂ ਧੱਕੇਸ਼ਾਹੀਆਂ ਕੀਤੀਆਂ। ਅੱਜ ਮੇਰੇ ਹੱਥਾਂ ਦੇ ਵਿੱਚ ਆ 10-15 ਪਰਚਿਆਂ ਦੀ ਲਿਸਟ ਹੈ। ਇਸ ਡਰੱਗ ਕੇਸ ਦੇ ਵਿੱਚ ਵਿਕਰਮ ਦੀ ਸ਼ਮੂਲੀਅਤ ਦੀ ਕੋਈ ਤਰਫਦਾਰੀ ਨਹੀਂ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਉਹਦਾ ਕੋਈ ਕਸੂਰ ਨਹੀਂ ਹੋਊਗਾ, ਕਿਉਂਕਿ ਡਰੱਗ ਮਾਫੀਆ ਦੇ ਵੱਡੇ ਮਗਰਮੱਛਾਂ ਦੇ ਨਾਲ ਉਹਦੇ ਸੰਬੰਧ ਸੀਗੇ। ਤੇ ਆਹ ਵਿਕਰਮ ਸਿੰਘ ਮਜੀਠੀਆ ਦੀ ਵਾਈਫ ਦੇ ਉਹ ਸੰਮਣ ਹੈ ਜਿਹੜੇ ਤੁਸੀਂ ਡਰੱਗ ਕੇਸ ਦੇ ਵਿੱਚ ਉਹਨੂੰ ਸੰਮਣ ਕਢਾਏ, ਉਹਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਕੋਲ ਰਹਿੰਦੇ ਰਹੇ, ਉਹਦੇ ਨਾਲ ਲੈਣ ਦੇਣ ਜ਼ਰੂਰ ਹੋਇਆ ਹੋਊਗਾ। ਪਰ ਇਸ ਕੇਸ ਦੇ ਵਿੱਚ ਉਹਦੀ ਘਰ ਵਾਲੀ ਮੇਰੀ ਤੇ ਭੈਣ ਵਰਗੀ ਕਹਿ ਲਾ ਤੂੰ, ਮਤਲਬ ਵੀ ਸਾਡੀ ਭੈਣ ਹੀ ਲੱਗੀ, ਕਿਉਂਕਿ ਪੰਜਾਬ ਦੀ ਸੱਭਿਅਤਾ ਹੀ ਇਹੋ ਜਿਹੀ ਹੈ, ਉਹਨੂੰ ਭੈਣ ਕਹਿ ਲਓ। ਸਿਆਸੀ ਵਖਰੇਵੇਂ ਮੇਰੇ ਜਿੰਨੇ ਮਰਜ਼ੀ ਉਹਦੇ ਨਾਲ ਹੋਣ, ਪਰ ਮੈਂ ਕਦੀ ਵੀ ਕਿਸੇ ਦੇ ਪਰਿਵਾਰਕ ਮੈਂਬਰ ਦੇ ਉੱਤੇ ਦੂਸ਼ਣਬਾਜ਼ੀ ਨਹੀਂ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਤੇ ਤੱਜ ਕੱਸਿਆ ਹੈ। ਮਨਪ੍ਰੀਤ ਮੰਨਾ ਨੇ ਵੱਡਾ ਤੱਜ ਕੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਬਾਦਲ ਅਤੇ ਕੈਪਟਨਾਂ ਦੇ ਵਾਂਗ ਹੁਣ ਰਾਜਨੀਤੀ ਕਰ ਰਿਹਾ ਹੈ, ਰਾਜਨੀਤੀ ਬਦਲੇ ਦੀ ਰਾਜਨੀਤੀ ਕਰ ਰਿਹਾ ਹੈ। ਤੇ ਵੀ ਕਹਿ ਦਿੱਤਾ ਕਿ ਰੱਬ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਬੰਦੇ ਦੀ ਮੱਤ ਮਾਰਦਾ। ਇਹ ਕਿਉਂ ਕਿਹਾ? ਟਵੀਟ ਵਿੱਚ ਇਹ ਲਿਖ ਦਿੱਤਾ ਕਿ ਮੁੱਖ ਮੰਤਰੀ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਨੇ, ਕਿਉਂਕਿ ਬੀਤੇ ਦਿਨੀ ਜੋ ਮਜੀਠੀਆ ਨੂੰ, ਬਿਕਰਮਜੀਤ ਸਿੰਘ ਮਜੀਠੀਆ ਨੂੰ ਸੰਮਣ ਭੇਜੇ ਨੇ, ਉਸ ਦੇ ਵਿੱਚ ਮਜੀਠੀਆ ਦੀ ਧਰਮ ਪਤਨੀ ਦਾ ਨਾਮ ਆਇਆ ਹੈ। ਉਸ ਦਾ ਕਹਿਣਾ ਹੈ ਕਿ ਕਿਉਂ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਹੋ, ਮਜੀਠੀ ਦੀ ਪਤਨੀ ਨੂੰ ਦਾ ਨਾਮ ਕਿਉਂ ਲਿਆ ਹੈ, ਤੁਸੀਂ ਔਰਤ ਨੂੰ ਕਿਉਂ ਅਜਿਹੇ ਕੇਸ ਦੇ ਵਿੱਚ ਦਾਖਲ ਕਰ ਰਹੇ ਹੋ। ਅਤੇ ਇਹ ਵੀ ਕਹਿ ਦਿੱਤਾ ਜਿਸ ਤਰੀਕੇ ਦੇ ਨਾਲ ਤੁਸੀਂ ਝੂਠੇ ਕੇਸ ਪਾ ਰਹੇ ਹੋ ਤਾਂ ਆਉਣ ਵਾਲੀਆਂ ਵਿਧਾਨ ਸਭਾ ਤੇ ਰਾਜ ਜਿਹੜੀਆਂ ਲੋਕ ਸਭਾ ਦੀ ਸੀਟਾਂ ਦੇ ਵਿੱਚ ਤੁਹਾਡਾ ਹਸਰ ਕੈਪਟਨ ਅਤੇ ਬਾਦਲਾਂ ਵਾਲਾ ਹੋਵੇਗਾ। ਸਾਰ ਭਗਵੰਤ ਸਿੰਘ ਮਾਨ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਨ੍ਹਾਂ ਕੰਮਾਂ, ਜਿਨ੍ਹਾਂ ਕਰਤੂਤਾਂ ਤੋਂ, ਚਾਹੇ ਉਹ ਪੰਜਾਬ ਨੂੰ ਲੁੱਟਣ ਵਾਲੀਆਂ ਸੀ, ਚਾਹੇ ਉਹ ਪੰਜਾਬ ਨੂੰ ਕੁੱਟਣ ਵਾਲੀਆਂ ਸੀ, ਪੰਜਾਬ ਨਾਲ ਧੱਕੇਸ਼ਾਹੀ ਕਰਨ ਵਾਲੀਆਂ ਸੀ, ਜਿਨ੍ਹਾਂ ਤੋਂ ਦੁਖੀ ਹੋ ਕੇ ਅਸੀਂ ਕੈਪਟਨ ਤੇ ਬਾਦਲ ਨੂੰ ਗਲੋਂ ਲਾ ਕੇ ਤੁਹਾਨੂੰ ਚੁਣਿਆ ਸੀਗਾ, ਅੱਜ ਉਹੀ ਕੰਮ ਤੁਸੀਂ ਤੇ ਤੁਹਾਡੇ ਬੰਦਿਆਂ ਨੇ ਫੜ ਲਏ। ਅੱਜ ਉਹਨਾਂ ਲੀਹਾਂ ਦੇ ਉੱਤੇ ਚੱਲ ਪਏ। ਕਮ ਸੇ ਕਮ ਕੁਝ ਗਲਤ ਕਰਨ ਤੋਂ ਪਹਿਲਾਂ ਸੋਚਣਾ ਜ਼ਰੂਰ ਚਾਹੀਦਾ ਕਿ ਲੋਕਾਂ ਦੇ ਨਾਲ ਗਲਤ ਜਾਂ ਠੀਕ ਕੀਤੇ ਕੰਮਾਂ ਲਈ ਪ੍ਰਮਾਤਮਾ ਦੇ ਪ੍ਰਤੀ ਤੁਸੀਂ ਹਮੇਸ਼ਾ ਹੀ ਜਵਾਬਦੇਹ ਹੋ। ਉਹਦੀ ਕਚਹਿਰੀ ਦੇ ਵਿੱਚ ਤੁਹਾਡੀ ਹਾਜ਼ਰੀ ਲੱਗਣੀ ਹੈ। ਸੋ ਮੈਂ ਇਹ ਜ਼ਰੂਰ ਕਹੂੰਗਾ ਕਿ ਜੇ ਰੱਬ ਨੇ ਤੁਹਾਨੂੰ ਤਾਕਤ ਦਿੱਤੀ ਹੈ ਤੇ ਉਹਨੂੰ ਚੰਗੇ ਕੰਮਾਂ ਲਈ ਵਰਤਣਾ ਚਾਹੀਦਾ ਹੈ। ਕਿਸੇ ਸ਼ਾਇਰ ਨੇ ਕਿਹਾ ਕਿ ਇੱਕ ਦਿਨ तुम्हें खुदा को मुंह दिखाना है हजूर, बंदे जो बन पड़े कभी तो नेकी कर। ਜੇ ਤੁਹਾਡੇ ਕੋਲ ਤਾਕਤ ਹੈ ਤੇ ਤੁਹਾਨੂੰ ਨੇਕੀ ਕਰਨੀ ਚਾਹੀਦੀ ਹੈ, ਤੁਹਾਨੂੰ ਲੋਕਾਂ ਦੀ ਭਲਾਈ ਦੇ ਕੰਮ ਕਰਨੇ ਚਾਹੀਦੇ ਨੇ। ਤੁਸੀਂ ਹਮੇਸ਼ਾ ਹੀ ਇੱਕ ਚੀਜ਼ ਦੀ ਦੁਹਾਈ ਦਿੱਤੀ ਕਿ ਬਾਦਲ ਕੈਪਟਨ ਝੂਠੇ ਪਰਚੇ ਲੋਕਾਂ ਦੇ ਉੱਤੇ ਦਰਜ ਕਰਦੇ ਰਹੇ, ਲੋਕਾਂ ਦੇ ਨਾਲ ਇਹਨਾਂ ਬੜੀਆਂ ਧੱਕੇਸ਼ਾਹੀਆਂ ਕੀਤੀਆਂ। ਅੱਜ ਮੇਰੇ ਹੱਥਾਂ ਦੇ ਵਿੱਚ ਆ 10-15 ਪਰਚਿਆਂ ਦੀ ਲਿਸਟ ਹੈ ਜਿਹੜੇ ਪਿਛਲੇ 1 ਮਹੀਨੇ ਦੇ ਵਿੱਚ ਤੁਸੀਂ ਕੇਬਲ ਆਪਰੇਟਰਾਂ ਦੇ ਉੱਤੇ, ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੇਬਲ ਆਪਰੇਟਰਾਂ ਤੇ ਮਾਲਕਾਂ ਦੇ ਉੱਤੇ ਦਿੱਤੇ। ਤੇ ਆਹ ਬਿਕਰਮ ਸਿੰਘ ਮਜੀਠੀਆ ਦੀ ਵਾਈਫ ਦੇ ਉਹ ਸੰਮਣ ਹੈ ਜਿਹੜੇ ਤੁਸੀਂ ਡਰੱਗ ਕੇਸ ਦੇ ਵਿੱਚ ਉਹਨੂੰ ਸੰਮਣ ਕਢਾਏ, ਉਹਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ। ਤੇ ਜਿਸ ਤੇ ਮੇਰਾ ਖਿਆਲ ਅੱਜ ਬਿਕਰਮ ਦੇ ਦੱਸਣ ਮੁਤਾਬਕ ਹਾਈ ਕੋਰਟ ਨੇ ਉਹਨਾਂ ਸੰਮਨਸ ਦੇ ਉੱਤੇ ਸਟੇ ਵੀ ਕਰ ਦਿੱਤਾ, ਉਹਦੀ ਪ੍ਰੋਸੀਡਿੰਗ ਦੇ ਉੱਤੇ ਸਟੇ ਕਰ ਦਿੱਤਾ। ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਮੈਂ ਇਸ ਕੇਸ ਦੇ ਵਿੱਚ, ਇਸ ਡਰੱਗ ਕੇਸ ਦੇ ਵਿੱਚ ਵਿਕਰਮ ਦੀ ਸ਼ਮੂਲੀਅਤ ਦੀ ਕੋਈ ਤਰਫਦਾਰੀ ਨਹੀਂ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਉਹਦਾ ਕੋਈ ਕਸੂਰ ਨਹੀਂ ਹੋਊਗਾ, ਕਿਉਂਕਿ ਡਰੱਗ ਮਾਫੀਆ ਦੇ ਵੱਡੇ ਮਗਰਮੱਛਾਂ ਦੇ ਨਾਲ ਉਹਦੇ ਸੰਬੰਧ ਸੀਗੇ, ਉਹਦੇ ਕੋਲ ਰਹਿੰਦੇ ਰਹੇ, ਉਹਦੇ ਨਾਲ ਲੈਣ ਦੇਣ ਜ਼ਰੂਰ ਹੋਇਆ ਹੋਊਗਾ। ਪਰ ਇਸ ਕੇਸ ਦੇ ਵਿੱਚ ਉਹਦੀ ਘਰ ਵਾਲੀ ਮੇਰੀ ਤੇ ਭੈਣ ਵਰਗੀ ਕਹਿ ਲਾ ਤੂੰ, ਮਤਲਬ ਵੀ ਸਾਡੀ ਭੈਣ ਹੀ ਲੱਗੀ, ਕਿਉਂਕਿ ਪੰਜਾਬ ਦੀ ਸੱਭਿਅਤਾ ਹੀ ਇਹੋ ਜਿਹੀ ਹੈ, ਉਹਨੂੰ ਭੈਣ ਕਹਿ ਲਓ। ਸਿਆਸੀ ਵਖਰੇਵੇਂ ਮੇਰੇ ਜਿੰਨੇ ਮਰਜ਼ੀ ਉਹਦੇ ਨਾਲ ਹੋਣ, ਪਰ ਮੈਂ ਕਦੀ ਵੀ ਕਿਸੇ ਦੇ ਪਰਿਵਾਰਕ ਮੈਂਬਰ ਦੇ ਉੱਤੇ ਦੂਸ਼ਣਬਾਜ਼ੀ ਨਹੀਂ ਕੀਤੀ, ਖਾਸ ਕਰਕੇ ਕਿਸੇ ਮਾਂ, ਧੀ, ਭੈਣ ਦੇ ਉੱਤੇ ਕਦੀ ਵੀ ਇਹੋ ਜਿਹੀ ਸੋਚ ਜਾਂ ਨੀਤ ਨਹੀਂ ਰੱਖੀ ਵੀ ਉਹਨਾਂ ਦੀ ਕਿਤੇ ਇਨਵੋਲਵਮੈਂਟ ਹੋਣੀ ਚਾਹੀਦੀ, ਉਹਨਾਂ ਦੇ ਨਾਲ ਕਿਸੇ ਤਰੀਕੇ ਦੀ ਵਧੀਕੀ ਹੋਣੀ ਚਾਹੀਦੀ ਹੈ। ਉਹਨੂੰ ਇਸ ਕੇਸ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨੀ, ਇਸ ਤੋਂ ਘਟੀਆ ਦਰਜੇ ਦੀ ਰਾਜਨੀਤੀ ਨਹੀਂ ਹੋ ਸਕਦੀ, ਇਸ ਤੋਂ ਘਟੀਆਪਨ ਨਹੀਂ ਹੋ ਸਕਦਾ। ਮੁੱਖ ਮੰਤਰੀ ਸਾਹਿਬ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ, ਤੁਸੀਂ ਜ਼ਿਆਦਾ ਸਮਾਜ ਵੇਖਿਆ, ਤੁਸੀਂ ਮੇਰੇ ਨਾਲੋਂ ਜ਼ਿਆਦਾ ਦੁਨੀਆ ਫਿਰੀ ਹੈ ਕਿ ਸਾਡਾ ਜਿਹੜਾ ਦੇਸ਼ ਤੇ ਸਾਡਾ ਸੂਬਾ ਉਹ ਇੱਕ ਮਰਦ ਪ੍ਰਧਾਨ ਦੇਸ਼ ਹੈ। ਇੱਥੇ ਕਿੰਨੇ ਕੁ % ਔਰਤਾਂ ਨੂੰ ਆਪਣੀ ਸੋਚ ਦੇ ਮੁਤਾਬਕ, ਆਪਣੀ ਚਾਹ ਦੇ ਮੁਤਾਬਕ ਜ਼ਿੰਦਗੀ ਜੀਣ ਦਾ ਹੱਕ ਹੈਗਾ। ਆਪਣੇ ਘਰਾਂ ਦੇ ਆਲੇ ਦੁਆਲੇ ਝਾਤੀ ਮਾਰ ਲਓ, ਮੇਰਾ ਖਿਆਲ 100 ਦੇ ਵਿੱਚੋਂ ਮਹਿਜ਼
2 ਜਾਂ 3 ਜਿਹੜੀਆਂ % ਔਰਤਾਂ ਵਾ ਉਹ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਜੀਂਦੀਆਂ ਹੋਣਗੀਆਂ। ਔਰ ਔਰਤਾਂ ਤੇ ਅੱਜ ਤੱਕ ਆਪਣੀ ਆਜ਼ਾਦੀ ਦੀ ਲੜਾਈ ਲੜਦੀਆਂ ਰਹਿੰਦੀਆਂ, ਕਦੀ ਘਰਦਿਆਂ ਦੇ ਨਾਲ, ਕਦੀ ਸਮਾਜ ਦੇ ਨਾਲ, ਕਦੀ ਸਰਕਾਰਾਂ ਦੇ ਨਾਲ। ਔਰ ਇਹ ਪਤਾ ਹੁੰਦੇ ਹੋਏ ਵੀ ਕੋਈ ਵੀ ਮਰਦ ਆਪਣੀ ਔਰਤ ਨੂੰ ਕਿਤੇ ਕਵੇ ਨਾ ਸਾਈਨ ਕਰ ਦੇ, ਮੈਂ ਵੀ ਆਪਣੀ ਘਰ ਵਾਲੀ ਨੂੰ ਕਹੂੰਗਾ ਵੀ ਇੱਥੇ ਸਾਈਨ ਕਰ ਦੇ, ਤੇ ਉਹਨੇ ਚੁੱਪ ਚਪੀਤੇ ਕਰ ਹੀ ਦੇਣੇ। ਵੀ ਉਹਨੂੰ ਲੱਗਦਾ ਵੀ ਇਹ ਰੱਬ ਵਰਗਾ ਵਿਸ਼ਵਾਸ ਹੁੰਦਾ ਆਪਣੇ ਬੰਦੇ ਦੇ ਉੱਤੇ, ਉਹ ਉਹਦੇ ਉੱਤੇ ਸਾਈਨ ਕਰ ਦਿੰਦੀ ਆ। ਔਰਤ ਨੂੰ ਥੋੜੀ ਪਤਾ ਹੁੰਦਾ ਕਿ ਮੇਰੇ ਨਾਂ ਦੇ ਉੱਤੇ ਕੋਈ ਗਲਤ ਚੀਜ਼ ਖਰੀਦੀ ਜਾ ਰਹੀ ਹੈ, ਮੇਰੇ ਨਾਂ ਦੇ ਉੱਤੇ ਕੋਈ ਡਰੱਗ ਮਨੀ ਆ ਰਹੀ ਹੈ, ਜਾਂ ਮੇਰੇ ਨਾਂ ਦੇ ਉੱਤੇ ਕਿਸੇ ਗਲਤ ਕੰਮ ਦੇ ਪੈਸੇ ਆ ਰਹੇ ਆ, ਜਾਂ ਗਲਤ ਬੰਦੇ ਵੱਲੋਂ ਪੈਸੇ ਆ ਰਹੇ ਆ। ਉਹ ਸਵਾਲ ਤੱਕ ਨਹੀਂ ਕਰਦੀ ਆਪਣੇ ਪਤੀ ਕੋਲ। ਤੁਹਾਡੀ ਪਤਨੀ ਵੀ ਨਹੀਂ ਕਰਦੀ ਹੋਊਗੀ, ਤੁਸੀਂ ਵੀ ਕਿਤੇ ਕਹਿ ਦਿੰਦੇ ਹੋਗੇ ਵੀ ਉੱਥੇ ਜਾਣਾ, ਉੱਥੇ ਸਾਈਨ ਕਰਨੇ ਆ, ਕੋਈ ਵੀ ਇਨਕਾਰ ਨਹੀਂ ਕਰਦਾ। ਇਹ ਸਭ ਜਾਣਦੇ ਹੋਏ ਵੀ ਤੁਸੀਂ ਵਿਕਰਮ ਦੀ ਪਤਨੀ ਨੂੰ ਇਸ ਕੇਸ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਿਰਫ ਵਿਕਰਮ ਦੇ ਉੱਤੇ ਦਬਾਅ ਬਣਾਉਣ ਲਈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਹਰਕਤਾਂ ਕਰਕੇ ਅਕਾਲੀ ਕਾਂਗਰਸੀ ਜਿਹੜੇ ਲੋਕਾਂ ਦੇ ਮਨਾਂ ਚੋਂ ਲੱਥ ਗਏ ਸੀਗੇ। ਤੇ ਜੇ ਤੁਸੀਂ ਵੀ ਇਹ ਕੰਮ ਜਾਰੀ ਰੱਖੋਗੇ ਤੇ ਲੋਕਾਂ ਨੇ ਬਹੁਤੀ ਦੇਰ ਤੱਕ ਤੁਹਾਨੂੰ ਵੀ ਸਿਰ ਮੱਥੇ ਤੇ ਬਿਠਾ ਕੇ ਨਹੀਂ ਰੱਖਣਾ, ਤੁਹਾਨੂੰ ਵੀ ਨਹੀਂ ਚੱਲਣਾ। ਸੋ ਇਹਨਾਂ ਹਰਕਤਾਂ, ਇਹਨਾਂ ਕੋਝੀਆਂ ਹਰਕਤਾਂ, ਜੇ ਤੁਹਾਨੂੰ ਕੋਈ ਸੁਜੈਸ਼ਨ ਵੀ ਦਿੰਦਾ, ਕੋਈ ਸਲਾਹ ਵੀ ਦਿੰਦਾ, ਤੇ ਉਹਦੇ ਉੱਤੋਂ ਬਾਜ਼ ਆਉਣਾ ਚਾਹੀਦਾ ਵਾ। ਨਹੀਂ ਤੇ ਮੁੜ ਕੇ ਪਛਤਾਇਆ ਕੁਛ ਨਹੀਂ ਲੱਭਦਾ। ਜੇ ਗਲਤੀਆਂ ਹੋ ਜਾਣ, ਜੇ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਤੁਸੀਂ ਡਿੱਗ ਪਏ, ਜੇ ਲੋਕਾਂ ਦੀ ਨਜ਼ਰ ਦੇ ਵਿੱਚ ਤੁਸੀਂ ਡਿੱਗ ਪਏ, ਤੇ ਮੁੜ ਕੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਣਾ। ਕਿ ਐਸਾ ਨਾ ਹੋ कि अंजाम पे पछताओ किसी दिन, ऐसा ना हो कि अंजाम पे पछताओ किसी दिन, बेहतर है कि तुम खुद ही संभल जाओ किसी दिन। ਤੁਹਾਨੂੰ ਆਪ ਹੀ ਸੋਚ ਵਿਚਾਰ ਕਰ ਲੈਣੀ ਚਾਹੀਦੀ ਆ ਕਿ ਉਹਨਾਂ ਨੂੰ ਕਿਹੜੀ ਗੱਲੋਂ ਲੋਕਾਂ ਨੇ ਮਨੋਂ ਲਾਇਆ ਸੀਗਾ ਔਰ ਕਿਹੜੀ ਗੱਲੋਂ ਉਹਨਾਂ ਦੀ ਇਹ ਹਾਲਤ ਕੀਤੀ ਹੈ। ਸੋ ਤੁਹਾਨੂੰ ਉਹ ਕੰਮ ਤੇ ਉਹ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਦੂਜੇ ਪਾਸੇ ਮੈਂ ਵਿਕਰਮ ਮਜੀਠੀਆ ਨੂੰ ਵੀ ਕੋਈ ਸਲਾਹ ਵੀ ਦਿੰਦਾ ਤੇ ਉਹਦੇ ਉੱਤੋਂ ਬਾਜ਼ ਆਉਣਾ ਚਾਹੀਦਾ ਵਾ। ਨਹੀਂ ਤੇ ਮੁੜ ਕੇ ਪਛਤਾਇਆ ਕੁਛ ਨਹੀਂ ਲੱਭਦਾ। ਜੇ ਗਲਤੀਆਂ ਹੋ ਜਾਣ, ਜੇ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਤੁਸੀਂ ਡਿੱਗ ਪਏ, ਜੇ ਲੋਕਾਂ ਦੀ ਨਜ਼ਰ ਦੇ ਵਿੱਚ ਤੁਸੀਂ ਡਿੱਗ ਪਏ, ਤੇ ਮੁੜ ਕੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਣਾ। ਕਿ ਐਸਾ ਨਾ ਹੋ ਕਿ ਅੰਜਾਮ ਪੇ ਪਛਤਾਓ ਕਿਸੇ ਦਿਨ। ਤੁਸੀਂ ਹਮੇਸ਼ਾ ਹੀ ਇੱਕ ਚੀਜ਼ ਦੀ ਦੁਹਾਈ ਦਿੱਤੀ ਕਿ ਬਾਦਲ ਕੈਪਟਨ ਝੂਠੇ ਪਰਚੇ ਲੋਕਾਂ ਦੇ ਉੱਤੇ ਦਰਜ ਕਰਦੇ ਰਹੇ, ਲੋਕਾਂ ਦੇ ਨਾਲ ਇਹਨਾਂ ਬੜੀਆਂ ਧੱਕੇਸ਼ਾਹੀਆਂ ਕੀਤੀਆਂ। ਅੱਜ ਮੇਰੇ ਹੱਥਾਂ ਦੇ ਵਿੱਚ ਆ 10-15 ਪਰਚਿਆਂ ਦੀ ਲਿਸਟ ਹੈ। ਇਸ ਡਰੱਗ ਕੇਸ ਦੇ ਵਿੱਚ ਵਿਕਰਮ ਦੀ ਸ਼ਮੂਲੀਅਤ ਦੀ ਕੋਈ ਤਰਫਦਾਰੀ ਨਹੀਂ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਉਹਦਾ ਕੋਈ ਕਸੂਰ ਨਹੀਂ ਹੋਊਗਾ, ਕਿਉਂਕਿ ਡਰੱਗ ਮਾਫੀਆ ਦੇ ਵੱਡੇ ਵੱਡੇ ਮਗਰਮੱਛਾਂ ਦੇ ਨਾਲ ਉਹਦੇ ਸੰਬੰਧ ਸੀਗੇ। ਤੇ ਆਹ ਵਿਕਰਮ ਸਿੰਘ ਮਜੀਠੀਆ ਦੀ ਵਾਈਫ ਦੇ ਉਹ ਸੰਮਣ ਹੈ ਜਿਹੜੇ ਤੁਸੀਂ ਡਰੱਗ ਕੇਸ ਦੇ ਵਿੱਚ ਉਹਨੂੰ ਸੰਮਣ ਕਢਾਏ, ਉਹਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਕੋਲ ਰਹਿੰਦੇ ਰਹੇ, ਉਹਦੇ ਨਾਲ ਲੈਣ ਦੇਣ ਜ਼ਰੂਰ ਹੋਇਆ ਹੋਊਗਾ। ਪਰ ਇਸ ਕੇਸ ਦੇ ਵਿੱਚ ਉਹਦੀ ਘਰ ਵਾਲੀ, ਮੇਰੀ ਤੇ ਭੈਣ ਵਰਗੀ ਕਹਿ ਲਾ ਤੂੰ, ਮਤਲਬ ਵੀ ਸਾਡੀ ਭੈਣ ਹੀ ਲੱਗੀ, ਕਿਉਂਕਿ ਪੰਜਾਬ ਦੀ ਸੱਭਿਅਤਾ ਹੀ ਇਹੋ ਜਿਹੀ ਹੈ। ਉਹਨੂੰ ਭੈਣ ਕਹਿ ਲਓ। ਸਿਆਸੀ ਵਖਰੇਵੇਂ ਮੇਰੇ ਜਿੰਨੇ ਮਰਜ਼ੀ ਉਹਦੇ ਨਾਲ ਹੋਣ, ਪਰ ਮੈਂ ਕਦੀ ਵੀ ਕਿਸੇ ਦੇ ਪਰਿਵਾਰਕ ਮੈਂਬਰ ਦੇ ਉੱਤੇ ਦੂਸ਼ਣਬਾਜ਼ੀ ਨਹੀਂ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਤੇ ਤੱਜ ਕੱਸਿਆ ਹੈ। ਮਨਪ੍ਰੀਤ ਮੰਨਾ ਨੇ ਵੱਡਾ ਤੱਜ ਕੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਬਾਦਲ ਅਤੇ ਕੈਪਟਨਾਂ ਦੇ ਵਾਂਗ ਹੁਣ ਰਾਜਨੀਤੀ ਕਰ ਰਿਹਾ ਹੈ, ਰਾਜਨੀਤੀ ਬਦਲੇ ਦੀ ਰਾਜਨੀਤੀ ਕਰ ਰਿਹਾ ਹੈ। ਤੇ ਵੀ ਕਹਿ ਦਿੱਤਾ ਕਿ ਰੱਬ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਬੰਦੇ ਦੀ ਮੱਤ ਮਾਰਦਾ। ਇਹ ਕਿਉਂ ਕਿਹਾ? ਟਵੀਟ ਵਿੱਚ ਇਹ ਲਿਖ ਦਿੱਤਾ ਕਿ ਮੁੱਖ ਮੰਤਰੀ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਨੇ, ਕਿਉਂਕਿ ਬੀਤੇ ਦਿਨੀ ਜੋ ਮਜੀਠੀਆ ਨੂੰ, ਬਿਕਰਮਜੀਤ ਸਿੰਘ ਮਜੀਠੀਆ ਨੂੰ ਸੰਮਣ ਭੇਜੇ ਨੇ, ਉਸ ਦੇ ਵਿੱਚ ਮਜੀਠੀਆ ਦੀ ਧਰਮ ਪਤਨੀ ਦਾ ਨਾਮ ਆਇਆ ਹੈ। ਉਸ ਦਾ ਕਹਿਣਾ ਹੈ ਕਿ ਕਿਉਂ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਹੋ, ਮਜੀਠੀ ਦੀ ਪਤਨੀ ਦਾ ਨਾਮ ਕਿਉਂ ਲਿਆ ਹੈ, ਤੁਸੀਂ ਔਰਤ ਨੂੰ ਕਿਉਂ ਅਜਿਹੇ ਕੇਸ ਦੇ ਵਿੱਚ ਦਾਖਲ ਕਰ ਰਹੇ ਹੋ। ਅਤੇ ਇਹ ਵੀ ਕਹਿ ਦਿੱਤਾ ਜਿਸ ਤਰੀਕੇ ਦੇ ਨਾਲ ਤੁਸੀਂ ਝੂਠੇ ਕੇਸ ਪਾ ਰਹੇ ਹੋ ਤਾਂ ਆਉਣ ਵਾਲੀਆਂ ਵਿਧਾਨ ਸਭਾ ਤੇ ਰਾਜ ਜਿਹੜੀਆਂ ਲੋਕ ਸਭਾ ਦੀ ਸੀਟਾਂ ਦੇ ਵਿੱਚ ਤੁਹਾਡਾ ਹਸਰ ਕੈਪਟਨ ਅਤੇ ਬਾਦਲਾਂ ਵਾਲਾ ਹੋਵੇਗਾ। ਸਾਰ ਭਗਵੰਤ ਸਿੰਘ ਮਾਨ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਨ੍ਹਾਂ ਕੰਮਾਂ, ਜਿਨ੍ਹਾਂ ਕਰਤੂਤਾਂ ਤੋਂ, ਚਾਹੇ ਉਹ ਪੰਜਾਬ ਨੂੰ ਲੁੱਟਣ ਵਾਲੀਆਂ ਸੀ, ਚਾਹੇ ਉਹ ਪੰਜਾਬ ਨੂੰ ਕੁੱਟਣ ਵਾਲੀਆਂ ਸੀ, ਪੰਜਾਬ ਨਾਲ ਧੱਕੇਸ਼ਾਹੀ ਕਰਨ ਵਾਲੀਆਂ ਸੀ, ਜਿਨ੍ਹਾਂ ਤੋਂ ਦੁਖੀ ਹੋ ਕੇ ਅਸੀਂ ਕੈਪਟਨ ਤੇ ਬਾਦਲ ਨੂੰ ਗਲੋਂ ਲਾ ਕੇ ਤੁਹਾਨੂੰ ਚੁਣਿਆ ਸੀਗਾ, ਅੱਜ ਉਹੀ ਕੰਮ ਤੁਸੀਂ ਤੇ ਤੁਹਾਡੇ ਬੰਦਿਆਂ ਨੇ ਫੜ ਲਏ। ਅੱਜ ਉਹਨਾਂ ਲੀਹਾਂ ਦੇ ਉੱਤੇ ਚੱਲ ਪਏ। ਕਮ ਸੇ ਕਮ ਕੁਝ ਗਲਤ ਕਰਨ ਤੋਂ ਪਹਿਲਾਂ ਸੋਚਣਾ ਜ਼ਰੂਰ ਚਾਹੀਦਾ ਕਿ ਲੋਕਾਂ ਦੇ ਨਾਲ ਗਲਤ ਜਾਂ ਠੀਕ ਕੀਤੇ ਕੰਮਾਂ ਲਈ ਪ੍ਰਮਾਤਮਾ ਦੇ ਪ੍ਰਤੀ ਤੁਸੀਂ ਹਮੇਸ਼ਾ ਹੀ ਜਵਾਬਦੇਹ ਹੋ। ਉਹਦੀ ਕਚਹਿਰੀ ਦੇ ਵਿੱਚ ਤੁਹਾਡੀ ਹਾਜ਼ਰੀ ਲੱਗਣੀ ਹੈ। ਸੋ ਮੈਂ ਇਹ ਜ਼ਰੂਰ ਕਹੂੰਗਾ ਕਿ ਜੇ ਰੱਬ ਨੇ ਤੁਹਾਨੂੰ ਤਾਕਤ ਦਿੱਤੀ ਹੈ ਤੇ ਉਹਨੂੰ ਚੰਗੇ ਕੰਮਾਂ ਲਈ ਵਰਤਣਾ ਚਾਹੀਦਾ ਹੈ। ਕਿਸੇ ਸ਼ਾਇਰ ਨੇ ਕਿਹਾ ਕਿ एक दिन तुम्हें खुदा को मुंह दिखाना है हजूर, बंदे जो बन पड़े कभी तो नेकी कर। ਜੇ ਤੁਹਾਡੇ ਕੋਲ ਤਾਕਤ ਹੈ ਤੇ ਤੁਹਾਨੂੰ ਨੇਕੀ ਕਰਨੀ ਚਾਹੀਦੀ ਹੈ, ਤੁਹਾਨੂੰ ਲੋਕਾਂ ਦੀ ਭਲਾਈ ਦੇ ਕੰਮ ਕਰਨੇ ਚਾਹੀਦੇ ਨੇ। ਤੁਸੀਂ ਹਮੇਸ਼ਾ ਹੀ ਇੱਕ ਚੀਜ਼ ਦੀ ਦੁਹਾਈ ਦਿੱਤੀ ਕਿ ਬਾਦਲ ਕੈਪਟਨ ਝੂਠੇ ਪਰਚੇ ਲੋਕਾਂ ਦੇ ਉੱਤੇ ਦਰਜ ਕਰਦੇ ਰਹੇ, ਲੋਕਾਂ ਦੇ ਨਾਲ ਇਹਨਾਂ ਬੜੀਆਂ ਧੱਕੇਸ਼ਾਹੀਆਂ ਕੀਤੀਆਂ।
ਅੱਜ ਮੇਰੇ ਹੱਥਾਂ ਦੇ ਵਿੱਚ ਆ 10-15 ਪਰਚਿਆਂ ਦੀ ਲਿਸਟ ਹੈ ਜਿਹੜੇ ਪਿਛਲੇ 1 ਮਹੀਨੇ ਦੇ ਵਿੱਚ ਤੁਸੀਂ ਕੇਬਲ ਆਪਰੇਟਰਾਂ ਦੇ ਉੱਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੇਬਲ ਆਪਰੇਟਰਾਂ ਤੇ ਮਾਲਕਾਂ ਦੇ ਉੱਤੇ ਦਿੱਤੇ। ਤੇ ਆਹ ਬਿਕਰਮ ਸਿੰਘ ਮਜੀਠੀਆ ਦੀ ਵਾਈਫ ਦੇ ਉਹ ਸੰਮਣ ਹੈ ਜਿਹੜੇ ਤੁਸੀਂ ਡਰੱਗ ਕੇਸ ਦੇ ਵਿੱਚ ਉਹਨੂੰ ਸੰਮਣ ਕਢਾਏ, ਉਹਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਤੇ ਮੇਰਾ ਖਿਆਲ ਅੱਜ ਬਿਕਰਮ ਦੇ ਦੱਸਣ ਮੁਤਾਬਕ ਹਾਈ ਕੋਰਟ ਨੇ ਉਹਨਾਂ ਸੰਮਣਸ ਦੇ ਉੱਤੇ ਸਟੇ ਵੀ ਕਰ ਦਿੱਤਾ, ਉਹਦੀ ਪ੍ਰੋਸੀਡਿੰਗ ਦੇ ਉੱਤੇ ਸਟੇ ਕਰ ਦਿੱਤਾ। ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਮੈਂ ਇਸ ਕੇਸ ਦੇ ਵਿੱਚ, ਇਸ ਡਰੱਗ ਕੇਸ ਦੇ ਵਿੱਚ ਬਿਕਰਮ ਦੀ ਸ਼ਮੂਲੀਅਤ ਦੀ ਕੋਈ ਤਰਫਦਾਰੀ ਨਹੀਂ ਕਰਦਾ। ਮੈਂ ਇਹ ਨਹੀਂ ਕਹਿੰਦਾ ਕਿ ਉਹਦਾ ਕੋਈ ਕਸੂਰ ਨਹੀਂ ਹੋਊਗਾ, ਕਿਉਂਕਿ ਡਰੱਗ ਮਾਫੀਆ ਦੇ ਵੱਡੇ ਮਗਰਮੱਛਾਂ ਦੇ ਨਾਲ ਉਹਦੇ ਸੰਬੰਧ ਸੀਗੇ, ਉਹਦੇ ਕੋਲ ਰਹਿੰਦੇ ਰਹੇ, ਉਹਦੇ ਨਾਲ ਲੈਣ ਦੇਣ ਜ਼ਰੂਰ ਹੋਇਆ ਹੋਊਗਾ। ਪਰ ਇਸ ਕੇਸ ਦੇ ਵਿੱਚ ਉਹਦੀ ਘਰ ਵਾਲੀ, ਮੇਰੀ ਤੇ ਭੈਣ ਵਰਗੀ ਕਹਿ ਲਾ ਤੂੰ, ਮਤਲਬ ਵੀ ਸਾਡੀ ਭੈਣ ਹੀ ਲੱਗੀ, ਕਿਉਂਕਿ ਪੰਜਾਬ ਦੀ ਸੱਭਿਅਤਾ ਹੀ ਇਹੋ ਜਿਹੀ ਹੈ, ਉਹਨੂੰ ਭੈਣ ਕਹਿ ਲਓ। ਸਿਆਸੀ ਵਖਰੇਵੇਂ ਮੇਰੇ ਜਿੰਨੇ ਮਰਜ਼ੀ ਉਹਦੇ ਨਾਲ ਹੋਣ, ਪਰ ਮੈਂ ਕਦੀ ਵੀ ਕਿਸੇ ਦੇ ਪਰਿਵਾਰਕ ਮੈਂਬਰ ਦੇ ਉੱਤੇ ਦੂਸ਼ਣਬਾਜ਼ੀ ਨਹੀਂ ਕੀਤੀ, ਖਾਸ ਕਰਕੇ ਕਿਸੇ ਮਾਂ ਧੀ ਭੈਣ ਦੇ ਉੱਤੇ ਕਦੀ ਵੀ ਇਹੋ ਜਿਹੀ ਸੋਚ ਜਾਂ ਨੀਤ ਨਹੀਂ ਰੱਖੀ ਵੀ ਉਹਨਾਂ ਦੀ ਕਿਤੇ ਇਨਵੋਲਵਮੈਂਟ ਹੋਣੀ ਚਾਹੀਦੀ, ਉਹਨਾਂ ਦੇ ਨਾਲ ਕਿਸੇ ਤਰੀਕੇ ਦੀ ਵਧੀਕੀ ਹੋਣੀ ਚਾਹੀਦੀ ਹੈ। ਉਹਨੂੰ ਇਸ ਕੇਸ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨੀ, ਇਸ ਤੋਂ ਘਟੀਆ ਦਰਜੇ ਦੀ ਰਾਜਨੀਤੀ ਨਹੀਂ ਹੋ ਸਕਦੀ, ਇਸ ਤੋਂ ਘਟੀਆ ਪੰਨ ਨਹੀਂ ਹੋ ਸਕਦਾ। ਮੁੱਖ ਮੰਤਰੀ ਸਾਹਿਬ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ, ਤੁਸੀਂ ਜ਼ਿਆਦਾ ਸਮਾਜ ਵੇਖਿਆ, ਤੁਸੀਂ ਮੇਰੇ ਨਾਲੋਂ ਜ਼ਿਆਦਾ ਦੁਨੀਆ ਫਿਰੀ ਹੈ ਕਿ ਸਾਡਾ ਜਿਹੜਾ ਦੇਸ਼ ਤੇ ਸਾਡਾ ਸੂਬਾ ਉਹ ਇੱਕ ਮਰਦ ਪ੍ਰਧਾਨ ਦੇਸ਼ ਹੈ। ਇੱਥੇ ਕਿੰਨੇ ਕੁ % ਔਰਤਾਂ ਨੂੰ ਆਪਣੀ ਸੋਚ ਦੇ ਮੁਤਾਬਕ, ਆਪਣੀ ਚਾਹ ਦੇ ਮੁਤਾਬਕ ਜ਼ਿੰਦਗੀ ਜੀਣ ਦਾ ਹੱਕ ਹੈਗਾ। ਆਪਣੇ ਘਰਾਂ ਦੇ ਆਲੇ ਦੁਆਲੇ ਝਾਤੀ ਮਾਰ ਲਓ, ਮੇਰਾ ਖਿਆਲ 100 ਦੇ ਵਿੱਚੋਂ ਮਹਿਜ਼ 2 ਜਾਂ 3 ਜਿਹੜੀਆਂ % ਔਰਤਾਂ ਵਾ ਉਹ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਜੀਂਦੀਆਂ ਹੋਣਗੀਆਂ। ਔਰ ਔਰਤਾਂ ਤੇ ਅੱਜ ਤੱਕ ਆਪਣੀ ਆਜ਼ਾਦੀ ਦੀ ਲੜਾਈ ਲੜਦੀਆਂ ਰਹਿੰਦੀਆਂ, ਕਦੀ ਘਰਦਿਆਂ ਦੇ ਨਾਲ, ਕਦੀ ਸਮਾਜ ਦੇ ਨਾਲ, ਕਦੀ ਸਰਕਾਰਾਂ ਦੇ ਨਾਲ। ਔਰ ਇਹ ਪਤਾ ਹੁੰਦੇ ਹੋਏ ਵੀ ਕੋਈ ਵੀ ਮਰਦ ਆਪਣੀ ਔਰਤ ਨੂੰ ਕਿਤੇ ਕਵੇ ਨਾ ਸਾਈਨ ਕਰਦੇ, ਮੈਂ ਵੀ ਆਪਣੀ ਘਰ ਵਾਲੀ ਨੂੰ ਕਹੂੰਗਾ ਵੀ ਇੱਥੇ ਸਾਈਨ ਕਰਦੇ, ਤੇ ਉਹਨੇ ਚੁੱਪ ਚਪੀਤੇ ਕਰ ਹੀ ਦੇਣੇ, ਵੀ ਉਹਨੂੰ ਲੱਗਦਾ ਵੀ ਇਹ ਰੱਬ ਵਰਗਾ ਵਿਸ਼ਵਾਸ ਹੁੰਦਾ ਆਪਣੇ ਬੰਦੇ ਦੇ ਉੱਤੇ, ਉਹ ਉਹਦੇ ਉੱਤੇ ਸਾਈਨ ਕਰ ਦਿੰਦੀ ਆ। ਔਰਤ ਨੂੰ ਥੋੜ੍ਹੀ ਪਤਾ ਹੁੰਦਾ ਕਿ ਮੇਰੇ ਨਾਂ ਦੇ ਉੱਤੇ ਕੋਈ ਗਲਤ ਚੀਜ਼ ਖਰੀਦੀ ਜਾ ਰਹੀ ਹੈ, ਮੇਰੇ ਨਾਂ ਦੇ ਉੱਤੇ ਕੋਈ ਡਰੱਗ ਮਨੀ ਆ ਰਹੀ ਹੈ, ਜਾਂ ਮੇਰੇ ਨਾਂ ਦੇ ਉੱਤੇ ਕਿਸੇ ਗਲਤ ਕੰਮ ਦੇ ਪੈਸੇ ਆ ਰਹੇ ਆ, ਜਾਂ ਗਲਤ ਬੰਦੇ ਵੱਲੋਂ ਪੈਸੇ ਆ ਰਹੇ ਆ। ਉਹ ਸਵਾਲ ਤੱਕ ਨਹੀਂ ਕਰਦੀ ਆਪਣੇ ਪਤੀ ਕੋਲ, ਤੁਹਾਡੀ ਪਤਨੀ ਵੀ ਨਹੀਂ ਕਰਦੀ ਹੋਊਗੀ, ਤੁਸੀਂ ਵੀ ਕਿਤੇ ਕਹਿ ਦਿੰਦੇ ਹੋਗੇ ਵੀ ਉੱਥੇ ਜਾਣਾ, ਉੱਥੇ ਸਾਈਨ ਕਰਨੇ ਆ, ਕੋਈ ਵੀ ਇਨਕਾਰ ਨਹੀਂ ਕਰਦਾ। ਇਹ ਸਭ ਜਾਣਦੇ ਹੋਏ ਵੀ ਤੁਸੀਂ ਬਿਕਰਮ ਦੀ ਪਤਨੀ ਨੂੰ ਇਸ ਕੇਸ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਿਰਫ ਬਿਕਰਮ ਦੇ ਉੱਤੇ ਦਬਾਅ ਬਣਾਉਣ ਲਈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਹਰਕਤਾਂ ਕਰਕੇ ਅਕਾਲੀ ਕਾਂਗਰਸੀ ਜਿਹੜੇ ਲੋਕਾਂ ਦੇ ਮਨਾਂ ਚੋਂ ਲੱਥ ਗਏ ਸੀਗੇ, ਤੇ ਜੇ ਤੁਸੀਂ ਵੀ ਇਹ ਕੰਮ ਜਾਰੀ ਰੱਖੋਗੇ ਤੇ ਲੋਕਾਂ ਨੇ ਬਹੁਤੀ ਦੇਰ ਤੱਕ ਤੁਹਾਨੂੰ ਵੀ ਸਿਰ ਮੱਥੇ ਤੇ ਬਿਠਾ ਕੇ ਨਹੀਂ ਰੱਖਣਾ, ਤੁਹਾਨੂੰ ਵੀ ਨਹੀਂ ਚੱਲਣਾ। ਸੋ ਇਹਨਾਂ ਹਰਕਤਾਂ, ਇਹਨਾਂ ਕੋਝੀਆਂ ਹਰਕਤਾਂ, ਜੇ ਤੁਹਾਨੂੰ ਕੋਈ ਸੁਜੈਸ਼ਨ ਵੀ ਦਿੰਦਾ, ਕੋਈ ਸਲਾਹ ਵੀ ਦਿੰਦਾ, ਤੇ ਉਹਦੇ ਉੱਤੋਂ ਬਾਜ਼ ਆਉਣਾ ਚਾਹੀਦਾ ਵਾ, ਨਹੀਂ ਤੇ ਮੁੜ ਕੇ ਪਛਤਾਇਆ ਕੁਛ ਨਹੀਂ ਲੱਭਦਾ। ਜੇ ਗਲਤੀਆਂ ਹੋ ਜਾਣ, ਜੇ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਤੁਸੀਂ ਡਿੱਗ ਪਏ, ਜੇ ਲੋਕਾਂ ਦੀ ਨਜ਼ਰ ਦੇ ਵਿੱਚ ਤੁਸੀਂ ਡਿੱਗ ਪਏ, ਤੇ ਮੁੜ ਕੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਣਾ। ਕਿ ਐਸਾ ਨਾ ਹੋ कि अंजाम पे पछताओ किसी दिन, ऐसा ना हो कि अंजाम पे पछताओ किसी दिन, बेहतर है कि तुम खुद ही संभल जाओ किसी दिन। ਤੁਹਾਨੂੰ ਆਪ ਹੀ ਸੋਚ ਵਿਚਾਰ ਕਰ ਲੈਣੀ ਚਾਹੀਦੀ ਆ ਕਿ ਉਹਨਾਂ ਨੂੰ ਕਿਹੜੀ ਗੱਲੋਂ ਲੋਕਾਂ ਨੇ ਮਨੋਂ ਲਾਇਆ ਸੀਗਾ ਔਰ ਕਿਹੜੀ ਗੱਲੋਂ ਉਹਨਾਂ ਦੀ ਇਹ ਹਾਲਤ ਕੀਤੀ ਹੈ। ਸੋ ਤੁਹਾਨੂੰ ਉਹ ਕੰਮ ਤੇ ਉਹ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਦੂਜੇ ਪਾਸੇ ਮੈਂ ਬਿਕਰਮ ਮਜੀਠੀਆ ਨੂੰ ਵੀ